ਬਿਸਮਿल्लाहिर्रहमानिर्रहीम ਤੇ अस्सलाम वालेकुम। 18 ਫਰਵਰੀ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਜਿਹੜੀ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਜਨਾਬ ਇੱਕ ਲਾਲ ਟੋਪੀ ਵਾਲੇ ਮਸਖਰੇ ਨੇ। ਅੱਛਾ, ਅਸੀਂ ਤੇ ਉਹਨਾਂ ਨੂੰ ਕਦੇ ਸੀਰੀਅਸ ਨਹੀਂ ਲਿਆ। ਜ਼ੈਦ ਅਹਿਮਦ ਸਾਹਿਬ ਦੀ ਗੱਲ ਕਰਨੇ, ਮੈਨੂੰ ਤਾਂ ਲੱਗਦਾ ਕਿ ਸ਼ਦਾਈ ਜਿਹਾ ਹੀ ਨੇ। ਸ਼ਦਾਈ ਦਾ ਮਤਲਬ ਇਹ ਕਿ ਬਸ ਉਹ ਨੱਟ ਉਹਨਾਂ ਦਾ ਥੋੜ੍ਹਾ ਬਹੁਤ ਕੋ ਢਿੱਲਾ ਹੈ, ਜਿਹੋ ਜਿਹੀਆਂ ਉਹ ਗੱਲਾਂ ਕਰਦੇ ਨੇ। ਲੇਕਿਨ ਮਤਲਬ ਜਹਾਦੀ ਜੀ ਤਬੀਅਤ ਹੈ, ਮਤਲਬ ਬਰੂਦੀ ਜੀ ਤਬੀਅਤ ਹੈ। ਉਹ ਕਹਿੰਦੇ ਨਾ ਕੁਛ ਬੰਦੇ ਜ਼ਰਾ ਥੋੜ੍ਹੇ ਜਿਹੇ ਨਰਮ ਹੁੰਦੇ ਨੇ ਅਤੇ ਕੁਝ ਗਰਮ ਹੁੰਦੇ ਨੇ। ਇਹ ਮੇਰਾ ਖਿਆਲ ਨਾ ਨਰਮ ਨੇ ਨਾ ਗਰਮ ਨੇ, ਅਤੇ ਬਰੂਦੀ ਤਬੀਅਤ ਹੀ ਰੱਖੀ ਇਹਨਾਂ ਨੇ। ਸ਼ੁਰੂ ਦਿਨ ਤੋਂ ਐਵੇਂ ਹੀ ਬੰਦੂਕ ਪਾਈ ਫਿਰਦੇ ਨੇ। ਉਹ ਬੰਦੂਕ ਭਾਵੇਂ ਜਾਲੀ ਹੋਵੇ, ਬੰਦੂਕ ਤਾਂ ਤੁਹਾਨੂੰ ਪਤਾ ਹੈ ਕਿ ਉਰਦੂ 'ਚ ਆਖੀ ਦੀ ਹੈ, ਪੰਜਾਬੀ 'ਚ ਬੰਦੂਕ ਹੀ ਆਖੀ ਦੀ ਹੈ। ਅਤੇ ਐਵੇਂ ਹੀ ਬੰਦੂਕ ਪਾਈ ਫਿਰਦੇ ਨੇ ਅਤੇ ਪਤਾ ਨਹੀਂ ਉਹ ਜਾਲੀ ਹੈ ਸੱਚੀ ਹੈ। ਜੈਕਟ ਵੀ ਪਾਈ ਫਿਰਦੇ ਨੇ, ਪਤਾ ਨਹੀਂ ਕਿਸੇ ਦੀ ਚੋਰੀ ਕਰ ਲਈ ਹੈ। ਕਦੀ ਇੱਧਰੋਂ ਨੱਸ ਕੇ ਉੱਧਰ ਚਲੇ ਜਾਂਦੇ ਨੇ, ਕਦੀ ਉੱਧਰੋਂ ਨੱਸ ਕੇ ਉੱਧਰ ਚਲੇ ਜਾਂਦੇ ਨੇ। ਮਤਲਬ ਇਹ ਹਰ ਵੇਲੇ ਆਪੇ ਹੀ ਜਿਹੜੇ ਨੇ ਉਹ ਨਸੀਮ ਹਜਾਜ਼ੀ ਦੇ ਕਿਤੇ ਨਾਵਲ, ਨਸੀਮ ਹਜਾਜ਼ੀ ਸਾਹਿਬ ਦੇ ਨਾਵਲ ਕਿਤੇ ਬਹੁਤੇ ਪੜ੍ਹ ਚੁੱਕੇ ਨੇ ਅਤੇ ਮੇਰਾ ਖਿਆਲ ਉਹਨਾਂ ਦਾ ਇਹਨਾਂ ਦੇ ਉੱਤੇ ਅਸਰ ਹੋ ਗਿਆ। ਬਹਰਹਾਲ ਉਹ ਹੁਣ ਭਾਈ ਹੋਰਾਂ ਨੇ ਇੱਕ ਨਵਾਂ ਸ਼ੋਸ਼ਾ ਛੱਡ ਦਿੱਤਾ। ਉਹਨਾਂ ਕਿਹਾ ਪਾਕਿਸਤਾਨ ਤਹਿਰੀਕ-ਏ ਇਨਸਾਫ ਮੈਨੂੰ ਕਤਲ ਕਰਵਾਉਣਾ ਚਾਹੁੰਦੀ ਹੈ ਅਤੇ ਉਹਦੀ ਜਿਹੜੀ ਸਪਾਰੀ ਹੈ ਨਾ ਉਹ ਉਹਨਾਂ ਨੇ ਵੇਖੋ ਬੰਦਾ ਕਿਹੜਾ ਲੱਭਿਆ ਜਿਹਦੇ ਨਾਂ 'ਤੇ ਉਹਨਾਂ ਨੇ ਪਾਇਆ ਹੈ ਸਾਰਾ ਇਲਜ਼ਾਮ। ਉਹਨਾਂ ਆਖਿਆ ਇਹਦੀ ਜਿਹੜੀ ਸਪਾਰੀ ਹੈ ਨਾ ਉਹ ਕਾਸਮ ਸੂਰੀ ਸਾਹਿਬ ਨੇ ਦਿੱਤੀ ਹੈ। ਮਤਲਬ ਕਿ ਕਾਸਮ ਸੂਰੀ ਸਾਹਿਬ ਨੇ ਬੰਦੇ ਹਾਇਰ ਕਰ ਲਏ ਨੇ ਮੈਨੂੰ ਕਤਲ ਕਰਾਉਣ ਵਾਸਤੇ। ਇਹ ਮੇਰੀ ਸਮਝੋਂ ਬਾਹਰ ਹੈ ਕਿ ਜ਼ੈਦ ਅਹਿਮਦ ਸਾਹਿਬ ਕਦੋਂ ਦੇ ਏਡੇ ਅਹਿਮ ਹੋ ਗਏ ਵੀ ਉਹਨਾਂ ਨੂੰ ਕਿਸੇ ਨੇ ਕਤਲ ਕਰਵਾਉਣਾ ਅਤੇ ਕਿਉਂ ਕਰਵਾਉਣਾ ਅਤੇ ਉੱਤੋਂ ਸਪਾਰੀ ਵੀ ਦੇਣੀ ਉਹਨਾਂ ਦੀ। ਮੇਰੀ ਸਮਝੋਂ ਬਾਹਰ ਹੈ। ਬਹਰਹਾਲ ਬੰਦਾ ਕਮਲਾ ਹੈ, ਇਹਦੀ ਗੱਲ ਦਾ ਗੁੱਸਾ ਨਾ ਕਰਿਆ ਜੇ। ਖਬਰ ਤੁਹਾਡੇ ਸਾਹਮਣੇ ਰੱਖਣਾ ਜ਼ਰੂਰੀ ਸੀ ਕਿਉਂਕਿ ਡਿਵੈਲਪਮੈਂਟ ਹੋਈ ਹੈ। ਲੇਕਿਨ ਮਸ਼ਵਰਾ ਮੇਰਾ ਇਹੀ ਹੈ ਕਿ ਇਹਨਾਂ ਦੀ ਗੱਲ ਨੂੰ ਜਿਹੜਾ ਇਗਨੋਰ ਕੀਤਾ ਜਾਏ ਔਰ ਇਹਨਾਂ ਦੇ ਉੱਤੇ ਜਿਹੜਾ ਉਹ ਬਹੁਤਾ ਕੋਈ ਰੌਲਾ ਰੱਪਾ ਨਾ ਪਾਇਆ ਜਾਏ। ਅੱਛਾ ਜੀ, ਇੱਕ ਹੋਰ ਕੰਮ ਬੜਾ ਗਰਮ ਹੋ ਗਿਆ। ਮੋਹਿਤ ਪੀਰਜ਼ਾਦਾ ਸਾਹਿਬ ਨੇ ਇੱਕ ਤਜਜ਼ੀਆ ਕੀਤਾ। ਤਜਜ਼ੀਆ ਉਹਨਾਂ ਕੀਤਾ ਜਿਹੜਾ ਬਾਜੀ ਮਰੀਮ ਨਵਾਜ਼ ਸ਼ਰੀਫ ਸਾਹਿਬਾ ਦੀਆਂ ਜਿਹੜੀਆਂ ਤਸਵੀਰਾਂ ਆਈਆਂ ਸਨ ਆਰਮੀ ਚੀਫ ਸਾਹਿਬ ਦੇ ਨਾਲ, ਜਿਨ੍ਹਾਂ ਦੇ ਵਿੱਚ ਸ਼ਰਮਾ ਰਹੀਆਂ ਸਨ, ਲਜਾ ਰਹੀਆਂ ਸਨ, ਸੰਗ ਆ ਰਹੀ ਸੀ ਬਾਜੀ ਨੂੰ। ਅਤੇ ਉਹ ਜਿੱਥੇ ਬਾਜੀ ਸੰਗਣ ਲਈ ਸੀ ਉਹ ਤਸਵੀਰਾਂ ਦੇ ਉੱਤੇ ਮੋਹਿਤ ਪੀਰਜ਼ਾਦਾ ਸਾਹਿਬ ਨੇ ਆਖਿਆ ਵੀ ਇਹ ਮੁਨਾਸਬ ਤਸਵੀਰਾਂ ਨਹੀਂ ਹੈ, ਇਹਨਾਂ ਦੇ ਉੱਤੇ ਸੰਗ ਕਿਉਂ ਆ ਰਹੀ ਹੈ। ਚੀਫ ਮਿਨਿਸਟਰ ਨੇ ਪੰਜਾਬ ਦੇ, ਇਹਨਾਂ ਨੂੰ ਆਪਣੇ ਆਪ ਨੂੰ ਬਿਹਤਰ ਤਰੀਕੇ ਨਾਲ ਕੰਡਕਟ ਕਰਨਾ ਚਾਹੀਦਾ ਹੈ, ਇਹ ਚੰਗੀ ਗੱਲ ਨਹੀਂ। ਉਹਨਾਂ ਆਪਣਾ ਇੱਕ ਤਜਜ਼ੀਆ ਪੇਸ਼ ਕੀਤਾ। ਮੈਂ ਤੁਹਾਨੂੰ ਉਸੇ ਦਿਨ ਹੀ ਦੱਸਿਆ ਸੀ ਜਦੋਂ ਇਹ ਤਜਜ਼ੀਆ ਆਇਆ ਸੀ ਵੀ ਇਹਦੇ 'ਤੇ ਔਰਤ ਕਾਰਡ ਆਉਣਾ। ਅੱਛਾ, ਕਈ ਬੰਦਿਆਂ ਦੇ ਕੋਲ ਤਾਂ ਕਾਰਡ ਹੁੰਦਾ, ਕਈ ਬੰਦੇ ਜਿਹੜੇ ਉਹਨਾਂ ਕੋਲ ਡਰਮ ਵੀ ਹੁੰਦਾ। ਹਾਂਜੀ, ਮਤਲਬ ਜਿਵੇਂ ਕਾਰਡ ਕੱਢਦੇ ਨੇ ਉਹਨਾਂ ਜੇਬ 'ਚ ਡਰਮ ਪਾਇਆ ਹੁੰਦਾ, ਉਹ ਡਰਮ ਹੀ ਕੱਢ ਲੈਂਦੇ ਨੇ ਜੇਬ ਤੋਂ। ਇਹ ਮਾਰਵੀ ਸਰਮਦ ਸਾਹਿਬਾ ਨੇ, ਇਹ ਕਾਰਡ ਸ਼ਾਰਡ ਨਹੀਂ ਕੱਢਦੀ ਭੈਣ ਸਾਡੀ, ਇਹ ਡਰਮ ਹੀ ਕੱਢ ਲੈਂਦੀ। ਭੈਣ ਮੈਂ ਕਹਿ ਦਿੱਤਾ ਮਾਦਰਤ, ਇਹ ਮਾਸੀ ਸਾਡੀ, ਮਾਸੀ ਕਿਉਂਕਿ ਉਮਰ 'ਚੋਂ ਮੇਰੇ ਤੋਂ ਤਾਂ ਵੱਡੇ ਹੋਣੇ ਨੇ ਇਸ ਲਈ ਮੈਂ ਕਹਿਣ ਡਿਆ। ਇਹ ਜਿਹੜੀ ਮਾਸੀ ਹੈ ਸਾਡੀ, ਇਹ ਕਾਰਡ ਸ਼ਾਰਡ ਨਹੀਂ ਕੱਢਦੀ ਔਰਤ, ਇਹ ਡਰਮ ਹੀ ਕੱਢ ਦਿੰਦੀ ਹੈ। ਮੇਰਾ ਮਤਲਬ ਹੈ ਕਿ ਜੇਬ 'ਚ ਡਰਮ ਪਾਇਆ ਹੁੰਦਾ, ਡਰਮ ਹੀ ਕੱਢ ਦਿੰਦੀ ਹੈ। ਮਤਲਬ ਵੱਡੇ ਪੈਮਾਨੇ ਦੇ ਉੱਤੇ ਡੀਲਿੰਗ ਕਰਦੀ ਹੈ ਜਿਹੜੀ ਵੀ ਕਰਦੀ। ਉਹਨੇ ਜਨਾਬ ਮਚਾ ਤਬਾਹੀ ਦਿੱਤੀ। ਕਿਤੇ ਮੋਹਿਤ ਪੀਰਜ਼ਾਦਾ ਸਾਹਿਬ ਨੇ ਲਜਾਣੇ ਨੂੰ ਲਲਜਾਣਾ ਕਹਿ ਦਿੱਤਾ ਅਤੇ ਉਹਨੇ ਪਹਿਲਾਂ ਤਾਂ ਉਹਦੇ 'ਤੇ ਬੜੀ ਜਨਾਬ ਮੋਹਿਤ ਪੀਰਜ਼ਾਦਾ ਸਾਹਿਬ ਦੇ ਉੱਤੇ ਬੜੀ ਉਹਦੀ ਤਨਕੀਦ ਕੀਤੀ ਹੈ। ਅਤੇ ਨਾਲ ਉਹਨਾਂ ਆਖਿਆ ਵੀ ਬਿਲਕੁਲ ਇਹ ਤਸਵੀਰਾਂ ਤੁਹਾਨੂੰ ਮੈਂ ਵਿਖਾ ਰਿਹਾ ਦੋਹਰੇ। ਉਹਨਾਂ ਆਖਿਆ ਇਹਨਾਂ ਤਸਵੀਰਾਂ ਦੇ ਵਿੱਚ ਬਿਲਕੁਲ ਮਰੀਮ ਨਵਾਜ਼ ਸ਼ਰੀਫ ਸਾਹਿਬਾ ਜਿਹੜੀਆਂ ਉਹ ਸ਼ਰਮਾ ਨਹੀਂ ਰਹੀਆਂ, ਬਲਕਿ ਉਹ ਬੜੀ ਬਿਹਤਰੀਨ ਕੰਡਕਟ ਕਰ ਰਹੀਆਂ ਨੇ ਔਰ ਬਲਕਿ ਉਹ ਬੜਾ ਹੀ ਜ਼ਬਰਦਸਤ ਉਹਨਾਂ ਦਾ ਸਾਰੇ ਦਾ ਸਾਰਾ ਕੰਡਕਟ ਹੈ। ਔਰ ਉਹਨਾਂ ਨੇ ਆਖਿਆ ਵੀ ਇਹ ਉਹਨਾਂ ਦੇ ਉੱਤੇ ਇਲਜ਼ਾਮ ਹੈ ਔਰ ਵੇਖੋ ਕਿੱਡਾ ਭੈੜਾ ਇਲਜ਼ਾਮ ਹੈ ਮਰੀਮ ਨਵਾਜ਼ ਸ਼ਰੀਫ ਸਾਹਿਬਾ ਦੇ ਉੱਤੇ ਲਾ ਰਹੇ। ਔਰ ਉਹਨਾਂ ਨੇ ਉਹਨਾਂ ਨੂੰ ਮਿਸੋਜਿਨਿਸਟ ਔਰ ਪਤਾ ਨਹੀਂ ਕੀ ਆਖ ਛੜਿਆ। ਅਤੇ ਉਹਨਾਂ ਆਖਿਆ ਉਹੀ ਔਰਤ ਕਾਰਡ ਖੇਡ ਲਿਆ ਉਹਨਾਂ। ਔਰਤ ਕਾਰਡ ਨਹੀਂ ਬਲਕਿ ਡਰਮ ਦੇ ਉੱਤੇ ਬਹਿ ਕੇ ਧਮਾਲ ਪਾਈ ਉਹਨਾਂ ਜਨਾਬ। ਉਹਨਾਂ ਨੇ ਕਿਹਾ ਕਿ ਮਤਲਬ ਉਹਨਾਂ ਆਖਿਆ ਜੀ ਕਿ ਇਹ ਮੋਹਿਤ ਪੀਰਜ਼ਾਦਾ ਜਿਹੜਾ ਬੜਾ ਬੁਰਾ ਬੰਦਾ ਹੈ ਅਤੇ ਇਹ ਦੇਖੋ ਔਰਤਾਂ ਨੂੰ ਟਾਰਗੇਟ ਕਰ ਰਿਹਾ। ਉਹ ਤਾਂ ਚੀਫ ਮਿਨਿਸਟਰ ਹੈ ਪੰਜਾਬ ਦੀ ਅਤੇ ਉਹ ਤਾਂ ਬਿਲਕੁਲ ਬੜੀ ਮਤਾਨਤ ਔਰ ਬਾਵਕਾਰ ਤਰੀਕੇ ਨਾਲ ਹੱਸ ਰਹੀ ਹੈ। ਇਹਦੇ 'ਚ ਗੱਲ ਹੀ ਕੋਈ ਨਹੀਂ ਐਸੀ। ਇਹ ਐਵੇਂ ਹੀ ਤੁਸੀਂ ਗੱਲ ਕਰਨ ਡਏ ਹੋ। ਮੈਨੂੰ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਕੋਈ ਗੱਲ ਨਹੀਂ ਲੱਗੀ। ਅੱਛਾ, ਫਿਰ ਉਹਨਾਂ ਨੂੰ ਜਵਾਬ ਚੰਗੀ ਗੱਲ ਹੈ ਵੀ ਇੱਕ ਖਾਤੂਨ ਨਹੀਂ ਦਿੱਤਾ। ਖਾਤੂਨ ਵੀ ਉਹ ਬੜੀ ਪੜ੍ਹੀ ਲਿਖੀ ਨੇ ਔਰ ਬੜੀ ਸੁਲਝੀ ਹੋਈ ਖਾਤੂਨ ਹੈ ਭੈਣ ਸਾਡੀ। ਉਹ ਵੀ, ਉਹਨਾਂ ਦਾ ਨਾਂ ਹੈ ਮਾਪਾਰਾ ਸਫਦਰ, PTV ਦੇ ਨਾਲ ਮੁਨਸਲਿਕ ਰਹੇ ਨੇ। ਉਹਨਾਂ ਨੇ ਇੱਕ ਬੜੀ ਫਿਰ ਸੁਥਰੀ ਤਹਿਰੀਰ ਲਿਖੀ। ਉਹਨਾਂ ਆਖਿਆ ਕਿ ਇਹ ਜਿਹੜੀਆਂ ਸ਼ਰਮਾ ਕੇ ਤਸਵੀਰਾਂ ਨੇ ਇਹ ਉਹਨਾਂ ਆਖਿਆ ਵੀ ਇਹ ਚੀਫ ਮਿਨਿਸਟਰ ਦੇ ਸ਼ਾਨ ਤੇ ਨਹੀਂ। ਉਹਨਾਂ ਕਿਹਾ ਜਿਹੜੇ ਤੁਸੀਂ ਇਹ ਮੋਹਿਤ ਪੀਰਜ਼ਾਦਾ ਦੇ ਪਿੱਛੇ ਲੱਠ ਲੈ ਕੇ ਪੈ ਗਏ ਹੋ, ਬਲਕਿ ਡਰਮ ਲੈ ਕੇ ਪੈ ਗਏ ਹੋ, ਇਹ ਡਰਮ ਤੁਸੀਂ ਕੱਢ ਤੇ ਲਿਆ। ਉਹਨਾਂ ਨੇ ਡਰਮ ਆਖਿਆ ਅਤੇ ਮੈਂ ਆਖਣ ਡਿਆ। ਉਹਨਾਂ ਕਿਹਾ ਜਿਹੜਾ ਮੋਹਿਤ ਪੀਰਜ਼ਾਦਾ ਦੀ ਤੁਸੀਂ ਤਨਕੀਦ ਕਰ ਰਹੇ ਹੋ ਇਹ ਗਲਤ ਹੈ। ਇਹ ਬਿਲਕੁਲ ਉਹ ਔਰਤਾਂ ਦੇ ਖਿਲਾਫ ਗੱਲ ਨਹੀਂ ਕਰ ਰਹੇ। ਮਰੀਮ ਨਵਾਜ਼ ਸ਼ਰੀਫ ਸਾਹਿਬਾ ਦੀਆਂ ਜਿਹੜੀਆਂ ਤਸਵੀਰਾਂ ਨੇ
ਉਹ ਹੀ ਕਿਸੇ ਪਾਸਿਓਂ ਜਾਇਜ਼ ਨਹੀਂ ਹੈਗੀਆਂ, ਦਰੁਸਤ ਨਹੀਂ ਹੈਗੀਆਂ। ਮਰੀਅਮ ਨਵਾਜ਼ ਸ਼ਰੀਫ ਸਾਹਿਬਾਂ ਨੂੰ ਇਹੋ ਜਿਹੀਆਂ ਤਸਵੀਰਾਂ ਨਹੀਂ ਸੀ ਖਿਚਵਾਉਣੀਆਂ ਚਾਹੀਦੀਆਂ, ਇਹ ਉਹਨਾਂ ਆਖਿਆ। ਉਹਨਾਂ ਆਖਿਆ ਜੇ ਖਿਚਵਾ ਲਈਆਂ ਸਨ ਤਾਂ ਜਾਰੀ ਨਹੀਂ ਸੀ ਕਰਨੀਆਂ ਚਾਹੀਦੀਆਂ। ਦੂਜੇ ਪਾਸੇ ਉਹਨਾਂ ਇਹ ਆਖਿਆ ਕਿ ਜੇ ਜਾਰੀ ਕਰ ਲਈਆਂ ਤਾਂ ਉਹਨਾਂ ਸਵਾਲ ਅਗਲਾ ਆਰਮੀ ਚੀਫ ਕੋਲ ਪੁੱਛਿਆ ਵੀ ਉਹਨਾਂ ਕੋਲ ਐਡਾ ਟਾਈਮ ਵਿਹਲਾ ਕਿੱਥੋਂ ਹੈ। ਉਹਨਾਂ ਪੁੱਛਿਆ ਆਰਮੀ ਚੀਫ ਦੇ ਕੋਲੋਂ ਕਿ ਉਹਨਾਂ ਕੋਲ ਐਡਾ ਵਿਹਲਾ ਟਾਈਮ ਕਿੱਥੋਂ ਹੈ, ਉਹ ਕਿਸ ਹਿਸਾਬ ਦੇ ਨਾਲ ਜਿਹੜਾ ਇਹਨਾਂ ਥਾਵਾਂ 'ਤੇ ਫਿਰ ਰਹੇ ਨੇ, ਤੇ ਉਹਨਾਂ ਨੂੰ ਤੇ ਆਪਣੇ ਕੰਮ, ਉਹਨਾਂ ਦੇ ਕਹਿਣ ਦਾ ਮਤਲਬ ਹੈ ਵੀ ਉਹਨਾਂ ਨੂੰ ਤੇ ਆਪਣੇ ਅਗਲੇ ਮੋਰਚਿਆਂ 'ਤੇ ਜਾਣਾ ਚਾਹੀਦਾ। ਉਹ ਇਹ ਕਿਹੜੇ ਮੋਰਚਿਆਂ 'ਤੇ ਫਿਰਨ ਡਏ ਨੇ। ਇਹ ਵੈਸੇ ਤੇ ਇਮਰਾਨ ਰਿਆਜ਼ ਸਾਹਿਬ ਨੇ ਆਖਿਆ ਵੀ ਅਗਲੇ ਮੋਰਚਿਆਂ 'ਤੇ ਹੀ ਗਏ ਨੇ, ਪਰ ਮੈਨੂੰ ਨਹੀਂ ਲੱਗਦਾ ਵੀ ਅਗਲਾ ਮੋਰਚਾ ਹੈ, ਇਹ ਪਿਛਲਾ ਹੀ ਮੋਰਚਾ ਹੈ। ਅਗਲਾ ਤਾਂ ਕਿਤੇ ਬਾਰਡਰ 'ਤੇ ਹੋਣਾ ਹੈ ਮੋਰਚਾ, ਜ਼ਾਹਿਰ ਹੈ। ਤੇ ਉਹ ਮਤਲਬ ਮਾਹਪਾਰਾ ਸਫਦਰ ਸਾਹਿਬਾਂ ਨੇ ਆਖਿਆ ਵੀ ਇਹ ਕਿੱਥੇ ਫਿਰਨ ਡਏ ਨੇ, ਇਹਨਾਂ ਦਾ ਇੱਥੇ ਕੀ ਕੰਮ ਹੈ, ਇਹਨਾਂ ਕੋਈ ਇੰਨੀ ਫੁਰਸਤ ਹੈਗੀ, ਵਿਹਲਾ ਟਾਈਮ ਹੈਗਾ ਆਰਮੀ ਚੀਫ ਕੋ, ਉਹ ਇੱਥੇ ਕੀ ਕਰਨ ਡਏ ਨੇ, ਉਹਨਾਂ ਨੂੰ ਤੇ ਆਪਣੇ ਕੰਮ ਨਾਲ ਕੰਮ ਰੱਖਣਾ ਚਾਹੀਦਾ। ਤੇ ਉਹਨਾਂ ਨੇ ਵੀ ਇੱਥੇ ਅਫਸੋਸ ਦਾ ਇਜ਼ਹਾਰ ਜਿਹੜਾ ਕੀਤਾ। ਅੱਛਾ, ਇਹ ਹੁਣ ਟਵੀਟਾਂ ਦੀ ਗੱਲ ਹੋਣ ਡਈ ਹੈ, ਤੇ ਇੱਕ ਹੋਰ ਟਵੀਟ ਤੁਹਾਡੇ ਅੱਗੇ ਰੱਖ ਦਈਏ, ਔਰ ਉਹ ਟਵੀਟ ਹੈ ਜਨਾਬ ਸ਼ਾਹੀਨ ਸਬਾਈ ਸਾਹਿਬ ਦਾ। ਅੱਛਾ, ਇਹ ਹੁਣ ਉਹਨਾਂ ਦੀ ਗੱਲਬਾਤ ਹੈ ਸਾਰੀ, ਮੈਂ ਜਿਹੜੀ ਹੈ ਉਹ ਪੂਰੀ ਗੱਲ ਵੀ ਨਹੀਂ ਪੜ੍ਹਨੀ, ਥੋੜ੍ਹੀ ਜਿਹੀ ਪੜ੍ਹ ਕੇ ਤੁਹਾਡੇ ਸਾਹਮਣੇ ਰੱਖਣੀ ਹੈ। ਮੈਂ ਇਹਦੇ ਉੱਤੇ ਕੋਈ ਤਜਜ਼ੀਆ ਨਹੀਂ ਕਰਨਾ। ਸ਼ਾਹੀਨ ਸਬਾਈ ਸਾਹਿਬ ਦਾ ਟਵੀਟ ਹੈ ਤੁਹਾਡੇ ਸਾਹਮਣੇ ਰੱਖ ਦੇਣਾ, ਕਿਉਂਕਿ ਮੇਰੇ ਪਰ ਸੜਦੇ ਨੇ। ਮੈਂ ਅਗਰ ਕਿਹਾ ਤਾਂ ਫਿਰ ਇਹ ਜਿਹੜੀ ਮਾਸੀ ਸਾਡੀ ਹੈ, ਮਾਸੀ ਮੁਸੀਬਤ ਹੀ ਆਖੋ ਇਹਨਾਂ ਨੂੰ, ਮਾਰਵੀ ਸਰਮਾ ਸਾਹਿਬਾਂ ਨੂੰ, ਇਹਨਾਂ ਜਨਾਬ ਵਾਲਾ ਡਰਮ ਕੱਢ ਲੈਣਾ ਮੇਰੇ ਮਗਰ। ਤੇ ਇਹ ਜਿਹੜਾ ਸ਼ਹੀਨ ਸਬਾਈ ਸਾਹਿਬ ਨੇ ਟਵੀਟ ਕੀਤਾ, ਉਹਨਾਂ ਕਿਹਾ ਕਿ ਇਹ ਤਸਵੀरें पीछा नहीं छोड़ेंगी, बेटी ये क्या हो रहा है, ये ਉਹਨਾਂ ਦਾ ਅਨਵਾਨ ਹੈ। ਜਿਨਨੇ ਵੀ ਇਹ ਤਸਵੀਰਾਂ ਲਾਉਣ ਦਾ ਹੁਕਮ ਦਿੱਤਾ ਹੈ, ਉਹਨੇ ਮਰੀਅਮ ਨਵਾਜ਼ ਸਾਹਿਬਾ ਨੂੰ ਜਨਰਲ ਰਾਣੀ ਜੈਸੀ ਹਸੀਨਾਵਾਂ ਦੇ ਸਫ ਦੇ ਵਿੱਚ ਖੜਾ ਕਰ ਦਿੱਤਾ ਹੈ, ਜੋ ਕਿਸੇ ਵੀ ਵੱਡੇ ਆਦਮੀ ਦੇ ਨਾਲ ਤਸਵੀਰਾਂ ਖਿਚਵਾ ਕੇ ਬਾਕੀ ਜਿਹੜੀਆਂ ਹਸੀਨਾ ਹੁੰਦੀਆਂ ਨੇ ਉਹਨਾਂ ਨੂੰ ਜਲਾਉਂਦੀਆਂ ਨੇ, ਜੈਲਸ ਕਰਦੀਆਂ ਨੇ। ਅਗਰ ਖੁਦ ਮਰੀਅਮ ਨਵਾਜ਼ ਸ਼ਰੀਫ ਸਾਹਿਬਾ ਨੇ ਖੁਆਇਸ਼ ਦਾ ਇਜ਼ਹਾਰ ਕੀਤਾ ਤੇ ਉਹਨਾਂ ਦਾ ਦਿਲ ਬਹੁਤ ਖੁਸ਼ ਹੋਇਆ ਹੋਏਗਾ ਕਿ ਅੱਜ ਫਿਰ ਇੱਕ ਬੰਦੂਕ ਵਾਲੇ ਦੀ ਨਜ਼ਰ 'ਚ ਸਮਾ ਗਈਆਂ ਨੇ। ਮਗਰ ਐਸੀ ਖੁਆਇਸ਼ ਇੱਕ ਨੱਚਣ ਜਾਂ ਗਾਣ ਵਾਲੀ ਤਾਂ ਕਰ ਸਕਦੀ ਹੈ, ਮਗਰ ਪਰ ਜੇ 14 ਕਰੋੜ ਆਵਾਮ ਦੀ ਲੀਡਰ ਜਿਹੜੀ ਆਪਣੇ ਆਪ ਨੂੰ ਆਖਦੀ ਹੋਵੇ, ਉਹਨੂੰ ਇਹ ਕੰਮ ਨਹੀਂ ਕਰਨੇ ਚਾਹੀਦੇ। ਟਵੀਟ ਅੱਗੇ ਬੜਾ ਲੰਮਾ ਹੈ, ਤੁਸੀਂ ਆਪੇ ਪੜ੍ਹ ਲਓ, ਮੈਂ ਨਹੀਂ ਜੇ ਪੜ੍ਹਨਾ, ਫਿਰ ਮੇਰੇ ਮਗਰ ਸ਼ੁਰੂ ਹੋ ਜਾਣਗੇ ਔਰਤ ਕਾਰਡ ਕੱਢ ਕੇ। ਤੇ ਬਹਰਹਾਲ ਇਹ ਜਿਹੜਾ ਸਾਰੇ ਦਾ ਸਾਰਾ ਮਾਮਲਾ ਹੈ, ਇਹ ਤੁਹਾਡੇ ਸਾਹਮਣੇ ਰੱਖਣਾ ਸੀ, ਜਿਹੜਾ ਉੱਥੇ ਚੱਲਿਆ ਟਵੀਟਾਂ ਦੇ ਉੱਤੇ, ਔਰ ਜੋ ਕੁਝ ਵੀ ਮਾਮਲਾਤ ਜਿਹੜੇ ਨੇ ਉਹ ਮਾਹਪਾਰਾ ਸਫਦਰ ਸਾਹਿਬਾ, ਮਾਰਵੀ ਸਰਮਾ ਸਾਹਿਬਾ ਔਰ ਦੂਸਰੇ ਜਿਹੜੇ ਮਾਮਲਾਤ ਜਿਹੜੇ ਨੇ ਉਹ ਚੱਲੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਇਹ ਤੁਹਾਡੇ ਸਾਹਮਣੇ ਇਸਲਾਮਾਬਾਦ ਤੋਂ ਰੱਖਣੀ ਹੈ। ਇਹ ਇੱਕ ਖਾਤੂਨ ਹੈ, ਇਹ ਪਾਕਿਸਤਾਨ ਦੀ ਵਿਗੜੀ ਹੋਈ ਸ਼ਰਾਫੀਆ ਹੈ, ਮੈਂ ਹੀ ਕਹਾਂਗਾ। ਇਹਦੀ ਗੱਡੀ ਦੇ ਨਾਲ ਮੋਟਰਸਾਈਕਲ ਲੱਗ ਗਿਆ। ਅੱਛਾ, ਇਹ ਵੀ ਹੋ ਸਕਦਾ ਕਸੂਰ ਮੋਟਰਸਾਈਕਲ ਵਾਲੇ ਦਾ ਹੋਵੇ, ਹੋ ਸਕਦਾ, ਮੈਂ ਨਹੀਂ ਆਂਦਾ ਵੀ ਨਹੀਂ, ਲੇਕਿਨ ਜਿਹੜੀ ਇਹ ਜ਼ੁਬਾਨ ਇਸਤੇਮਾਲ ਕਰਨ ਡਈ ਤੇ ਜੋ ਇਹਦਾ ਹਸ਼ਰ ਹੈ ਭੈਣ ਮੇਰੀ ਦਾ, ਮਤਲਬ ਮੈਂ ਕੀ ਆਖਾਂ ਇਹਦੇ ਉੱਤੇ। ਫਿਰ ਔਰਤ ਕਾਰਡ ਕੱਢ ਲੈਣਗੇ। ਇੰਝ ਹੀ ਲੱਗਦਾ ਕਿ ਜਿਵੇਂ ਕਿਤੇ ਚੰਦ 'ਤੇ ਜਾਣ ਲੱਗੀ ਹੈ। ਇਹ ਜਿਹੜਾ ਇਹਨੇ ਕੱਪੜੇ ਛੱਪੜੇ ਪਾਏ ਨੇ ਉਹ ਤੇ ਖਲਾਬਾਜ਼ਾਂ ਵਾਲੇ ਪਾਏ ਨੇ, ਮੈਨੂੰ ਲੱਗਾ ਵੀ ਕਿਤੇ ਸਿੱਧੀ ਜਾਣ ਡਈ ਸੀ ਟਾਪੋ ਟਾਪ। ਮੇਰਾ ਖਿਆਲ ਕਿਤੇ ਤੇਜ਼ ਜਾਣ ਡਈ ਹੋਣੀ ਭੈਣ ਸਾਡੀ, ਇਹਨੇ ਮਾਰਚ 'ਤੇ ਜਾਣਾ ਹੋਣਾ, ਐਲਾਨ ਮਸਕ ਦੇ ਨਾਲ ਕੰਮ ਕਰਦੀ ਹੋਏਗੀ ਉਹਦੀ ਕੰਪਨੀ 'ਚ। ਅਤੇ ਆਹ ਮੇਰਾ ਖਿਆਲ ਹੈ ਇਹਨੇ ਉਹੀ ਖਲਾਈ ਕਿਸਮ ਦਾ ਹੀ ਲਿਬਾਸ ਪਾਇਆ ਜਿਹੜਾ, ਅਤੇ ਮੇਰਾ ਖਿਆਲ ਇਹ ਹੈ ਵੀ ਕੋਈ ਖਲਾਈ ਮਖਲੂਕ ਹੀ ਹੈ। ਮੇਰਾ ਮਤਲਬ ਜਿਹੜੀ ਬੀਬੀ ਹੈ, ਇਹ ਪਹਿਲਾਂ ਜ਼ਰਾ ਵੀਡੀਓ ਵੇਖ ਲਓ ਨਾ ਵੀ ਇਹਨੇ ਕੀਤਾ ਕੀ ਹੈ, ਅਤੇ ਇਹਦੀ ਜ਼ੁਬਾਨ ਸੁਣ ਲਓ। ਅੱਛਾ, ਇੱਕ ਗੱਲ ਮੈਂ ਦੱਸ ਦਿਆਂ, ਜੇ ਬੱਚੇ ਬੈਠੇ ਨੇ ਨਾ ਤਾਂ ਜਾਂ ਬੱਚਿਆਂ ਨੂੰ ਅੱਗੇ ਪਿੱਛੇ ਕਰੋ, ਜੇ ਭੈਣਾਂ ਬੈਠੀਆਂ ਨੇ, ਕੋਈ ਮਾਵਾਂ ਬੈਠੀਆਂ ਨੇ, ਅਤੇ ਇਹ ਜਦੋਂ ਤੱਕ ਇਹ ਬੀਬੀ ਦੀ ਵੀਡੀਓ ਚੱਲਣੀ ਹੈ ਨਾ ਸਕਰੀਨ 'ਤੇ, ਅਤੇ ਆਵਾਜ਼ ਜ਼ਰਾ ਥੋੜ੍ਹੀ ਜਿਹੀ ਉਹ ਬੰਦ ਕਰ ਲੈਣਾ, ਕਿਉਂਕਿ ਗੰਦੀਆਂ ਹੀ ਗਾਲਾਂ ਦੇਣ ਡਈ ਹੈ ਬੀਬੀ, ਗੰਦੀਆਂ ਹੀ। ਮਤਲਬ ਇਹਦੇ ਮੂੰਹ 'ਤੇ ਉਹ ਜਿਵੇਂ ਕੱਟੇ ਪਿੰਡਾਂ 'ਚ ਹੁੰਦੇ ਸਨ, ਚਲੋ ਉਹ ਬਾਅਦ 'ਚ ਦੱਸਣਾ, ਲੇਕਿਨ ਬਹਰਹਾਲ ਗੰਦੀਆਂ ਹੀ ਗਾਲਾਂ ਦੇਣ ਡਈ ਹੈ। ਇਹ ਜ਼ਰਾ ਵੇਖੋ। तूने मेरी गाड़ी को क्यों मारे? तूने हाथ कैसे लगाया? बाहर में जाए तेरी बाइक से ज्यादा कीमती मेरी गाड़ी है, समझ आइए? मुझसे ये क्या सही? गाड़ी को मारना या फिर तुम शर्म है? जाओ एक मोटरसाइकिल जाती कर रही है यार ये। मेरे कुत्ते की गंदगी। जा तेरी जबान की तेरी मौत ही होती है। ਵੇਖ ਲਿਆ ਜੀ, ਇਹ ਕਾਰ ਕਰਨ ਡਈ ਹੈ ਤੇ ਇਹ ਉੱਥੇ ਹੋਇਆ ਇਹ ਹੈ ਕਿ ਇਹਦੀ ਗੱਡੀ 'ਚ ਮੋਟਰਸਾਈਕਲ ਵੱਜ ਗਿਆ। ਮੈਨੂੰ ਨਹੀਂ ਹੁਣ ਪਤਾ ਕਸੂਰ ਇਹਦਾ ਹੈ ਮੋਟਰਸਾਈਕਲ ਵਾਲੇ ਦਾ, ਬਸ ਜਿਹਦਾ ਵੀ ਹੈ, ਪਰ ਹੈ ਤਾਂ ਕੋਈ ਬੰਦੇ ਦੇ ਪੁੱਤਰਾਂ ਵਾਲਾ ਕੰਮ ਨਹੀਂ ਹੈ, ਇਹ ਬੰਦੇ ਦੇ ਧੀਆਂ ਵਾਲਾ ਕੰਮ ਨਹੀਂ ਹੈ ਜਿਹੜਾ ਇਹਨੇ ਕੀਤਾ ਹੈ ਬੀਬੀ ਨੇ।
ਤੇ ਜਿਵੇਂ ਕੱਪੜਿਆਂ ਦਾ ਮੈਂ ਦੱਸਿਆ ਤੁਹਾਨੂੰ, ਜਿਹੜਾ ਆਪਣਾ ਹੁਲੀਆ ਬਣਾਇਆ, ਮੈਨੂੰ ਇਹ ਇਤਰਾਜ਼ ਨਹੀਂ ਵੀ ਕਿਹੜੇ ਕੱਪੜੇ ਪਾਵੇ, ਲੇਕਿਨ ਉਹ ਕੱਪੜੇ ਪਾ ਕੇ ਜਿਹੜੇ ਕੰਮ ਕਰਨ ਡਈ ਹੈ, ਗਾਲਾਂ ਕੱਢਣ ਡਈ, ਉਹਨਾਂ ਤੇ ਮੈਨੂੰ ਇਤਰਾਜ਼ ਹੈ। ਤੇ ਲੱਗਣ ਇੰਝ ਹੀ ਡਿਆ ਵੀ ਕਿਤੇ ਖਲਾਨਵਾਜ਼ ਹੀ ਹੈ, ਕੋਈ ਖਲਾਨਵਰਦੀ ਹੈ, ਮੇਰਾ ਮਤਲਬ ਹੈ ਖਲਾਬਾਜ਼ ਹੈ, ਕੋਈ ਬਾਹਰ ਜਾਣਾ, ਉੱਤੇ ਜਾਣਾ, ਕਿਤੇ ਰਾਕਟ ਤੇ ਬੈਠੀ ਜਾਣ ਡਈ ਸੀ ਭੈਣ ਸਾਡੀ, ਤੇ ਇਹ ਮੇਰਾ ਮਤਲਬ ਵਿੱਚ ਮੋਟਰਸਾਈਕਲ ਆ ਗਿਆ। ਮੋਟਰਸਾਈਕਲ ਵਾਲਾ ਅੱਗੇ ਨਾ ਆਉਂਦਾ ਤੇ ਇਹ ਤੇ ਆਪਣੀ ਲੈ ਸੀ, ਇਹ ਤੇ ਮਾਰਚ ਦੇ ਵਿੱਚ ਆਪਣੀ ਲੈ ਸੀ। ਬਸ ਜਿੰਨੀਆਂ ਗੰਦੀਆਂ ਗਾਲਾਂ ਕੱਢਣ ਡਈ ਹੈ, ਇਹਦੇ ਮੂੰਹ ਤੇ ਭਾਈ ਛਿੱਕੂ ਪਾਉਣਾ ਚਾਹੀਦਾ। ਛਿੱਕੂ ਕੀ ਹੁੰਦਾ? ਉਹ ਤੁਹਾਨੂੰ ਪਤਾ ਵੀ ਕੱਟਾ ਜਿਹੜਾ ਹੈ ਉਹ ਖੁੱਲ੍ਹ ਜਾਏ ਨਾ, ਆਂਦੇ ਨੇ ਵੀ ਕੱਟਾ ਖੁੱਲ੍ਹ ਗਿਆ। ਇਹ ਕਿਉਂ ਆਂਦੇ ਨੇ? ਇਹ ਸ਼ਹਿਰਾਂ ਵਾਲਿਆਂ ਨੂੰ ਕਦੀ ਨਹੀਂ ਪਤਾ ਹੋਣਾ ਵੀ ਕੱਟਾ ਖੁੱਲ੍ਹ ਗਿਆ, ਇਸ ਗੱਲ ਦੀ ਸਮਝ ਨਹੀਂ ਆਉਣੀ। ਚਲੋ ਇਹ ਵੀ ਸਮਝਾ ਦਿੰਦੇ। ਜਿਵੇਂ ਜਿਵੇਂ ਕੱਟਾ, ਇਹ ਤਾਂ ਤੁਹਾਨੂੰ ਪਤਾ ਹੀ ਵੀ ਕੱਟਾ ਕੌਣ ਹੁੰਦਾ ਹੈ। ਕੱਟਾ ਮੱਝ ਦਾ ਬੱਚਾ ਹੁੰਦਾ ਹੈ, ਹਾਂ, ਭੈਂਸ ਬਫਲੋ, ਉਹਦਾ ਜਿਹੜਾ ਛੋਟਾ ਬੱਚਾ ਹੁੰਦਾ ਹੈ ਉਹਨੂੰ ਕੱਟਾ ਆਖਦੇ ਨੇ। ਉਹ ਜਿਸ ਵੇਲੇ ਮੱਝ ਬੱਚਾ ਦਿੰਦੀ ਹੈ ਤੇ ਨਾਲ ਜ਼ਾਹਿਰ ਹੈ ਉਸ ਤੋਂ ਬਾਅਦ ਉਹ ਦੁੱਧ ਵੀ ਦੇਣਾ ਸ਼ੁਰੂ ਕਰਦੀ ਹੈ। ਹੁਣ ਅੱਲਾ ਨੇ ਜਿਹੜੇ ਕੰਮ ਬਣਾਏ ਨੇ, ਜਿਸ ਵੇਲੇ ਜਾਨਵਰ ਬਣਾਏ ਹੋਣੇ ਨੇ, ਜ਼ਰੂਰੀ ਤਾਂ ਨਹੀਂ ਵੀ ਇਨਸਾਨਾਂ ਦੇ ਕੋਲ ਹੋਣਗੇ, ਇਹ ਜੰਗਲਾਂ 'ਚ ਵੀ ਫਿਰਦੇ ਹੋਣਗੇ। ਤੇ ਉਹ ਸਿਸਟਮ ਇਹ ਹੀ ਬਣਾਇਆ ਵੀ ਉਹ ਜਿੰਨਾ ਵੀ ਦੁੱਧ ਉਹ ਮਾਂ ਦੇ ਆਉਂਦਾ ਹੈ ਸਿਸਟਮ ਦੇ ਵਿੱਚ, ਮਤਲਬ ਕਿ ਮਾਂ ਦੀ ਗੱਲ ਇੱਥੇ ਮੈਂ ਮੱਝ ਦੀ ਕਰਨ ਡਿਆ, ਤੇ ਉਹ ਜਿਹੜਾ ਕੱਟਾ ਹੈ ਉਹ ਪੀ ਜਾਂਦਾ। ਤੇ ਮਤਲਬ ਉਹ ਸਿਸਟਮ ਇਹੋ ਜਿਹਾ ਹੀ ਰੱਖਿਆ ਵੀ ਕੱਟਾ ਸਾਰਾ ਦੁੱਧ ਪੀ ਸਕੇ। ਹੁਣ ਰੌਲਾ ਇਹ ਹੈ ਵੀ ਲੋਕਾਂ ਨੇ ਦੁੱਧ, ਜ਼ਾਹਿਰ ਹੈ ਮੱਝ ਦੇ ਵਿੱਚੋਂ ਜਿਹੜਾ ਦੁੱਧ ਹਾਸਲ ਕਰਨਾ ਹੁੰਦਾ, ਉਹ ਮੱਝ ਅਗਰ 4 ਸਿਰ ਦੁੱਧ ਦੇ ਦਿੰਦੀ ਹੈ ਤਾਂ ਉਹ ਕੱਟਾ ਤੇ 5 ਸਿਰ ਵੀ ਪੀ ਸਕਦਾ ਹੈ। ਤੇ ਉਹ ਫਿਰ ਕਰਦੇ ਇਹ ਨੇ ਕਿ ਜਦੋਂ ਦੁੱਧ ਚੋਣਾ ਹੋਵੇ, ਉਸ ਵੇਲੇ ਜਦੋਂ ਦੁੱਧ ਹਾਸਲ ਕਰਨਾ ਮੱਝ ਕੋਲੋਂ, ਤੇ ਉਹਨੂੰ ਕੱਟਾ ਉਹਦੇ ਕੋਲ ਲੈ ਕੇ ਜਾਂਦੇ ਨੇ, ਕੱਟੇ ਨੂੰ ਕੋਈ ਪਾਈਆ ਦੁੱਧ ਪੀਣ ਦਿੰਦੇ ਨੇ, ਬਾਕੀ ਕੱਟੇ ਨੂੰ ਆਉਂਦੇ ਨੇ ਵੀ ਤੂੰ ਪੱਠੇ ਖਾ। ਇਹ ਜਿਵੇਂ ਪਾਕਿਸਤਾਨ ਦੀ ਆਵਾਮ ਨੂੰ ਨਹੀਂ ਲਾਇਆ ਸ਼ਰੀਫ ਖਾਨਦਾਨ ਨੇ ਸਾਰਿਆਂ ਨੇ ਵੀ ਦੁੱਧ ਨਹੀਂ ਤੁਸੀਂ ਪੀ ਸਕਦੇ, ਪੱਠੇ ਖਾਓ। ਬਾਕੀ ਉਹਨਾਂ ਨੂੰ ਆਉਂਦੇ ਨੇ ਵੀ ਉਹ ਛੋਟੇ, ਜਿਸ ਤਰ੍ਹਾਂ ਤੁਸੀਂ ਇਨਸਾਨ ਦੇ ਬੱਚੇ ਨੂੰ ਵੀ ਤੇ ਸਮਝਦੇ ਹੋ ਨਾ ਕਿ ਬਚਪਨ ਦੇ ਵਿੱਚ ਉਹਨੂੰ ਤੁਸੀਂ ਦੁੱਧ ਦਿੰਦੇ ਹੋ, ਫਿਰ ਉਹਨੂੰ ਜਨਾਬ ਜ਼ੂਦ ਹਜ਼ਮ ਗਜ਼ਾ ਦਿੰਦੇ ਹੋ, ਪਹਿਲੇ ਦਿਨ ਤੇ ਉਹਨੂੰ ਰੋਟੀ ਤੇ ਨਹੀਂ ਲਾ ਦਿੰਦੇ ਨਾ, ਲੇਕਿਨ ਉੱਥੇ ਉਹ ਕੱਟੇ ਕੋਲੋਂ ਦੁੱਧ ਛੁਡਾ ਕੇ ਨਾ ਮੱਝ ਦਾ, ਉਹ ਕਿਉਂਕਿ ਦੁੱਧ ਮੱਝ ਦੇ ਵਿੱਚੋਂ ਕੱਢਣ ਵਾਸਤੇ ਪਹਿਲੇ ਕੱਟਾ ਛੱਡਣਾ ਪੈਂਦਾ। ਕੱਟਾ ਜਿਸ ਵੇਲੇ ਮੱਝ ਦੇ ਲਾਗੇ ਜਾਂਦਾ ਹੈ ਤੇ ਉਹਦੇ ਜਿਸ ਵੇਲੇ ਉਹ ਥਣਾ ਨੂੰ ਮੂੰਹ ਮਾਰਦਾ ਹੈ ਤੇ ਮੱਝ ਨੂੰ ਸਮਝ ਆਉਂਦੀ ਹੈ ਵੀ ਇਹ ਮੇਰਾ ਬੱਚਾ ਜਿਹੜਾ ਦੁੱਧ ਪੀਣਾ ਚਾਹੁੰਦਾ ਹੈ, ਤੇ ਉਹ ਦੁੱਧ ਜਿਹੜਾ ਉਹ ਉਤਾਰ ਲੈਂਦੀ ਹੈ ਮੱਝ, ਠੀਕ ਹੈ ਨਾ ਜੀ। ਤੇ ਉਹ ਕੱਟੇ ਨੂੰ ਜਿਹੜਾ ਉਹ ਇਸਤੇਮਾਲ ਕਰਦੇ ਨੇ ਬਸ ਉਹ ਦੁੱਧ ਥੱਲੇ ਲਿਆਉਣ ਵਾਸਤੇ। ਕੋਈ ਪਾਈਆ ਦੁੱਧ ਜਿਹੜਾ ਕੱਟੇ ਨੂੰ ਪੀਣ ਦਿੰਦੇ ਨੇ, ਬਾਅਦ 'ਚ ਕੱਟਾ ਫੜ ਕੇ ਬੰਨ੍ਹ ਦਿੰਦੇ ਨੇ। ਉਹ ਹੁਣ ਅਗਰ ਫੋਰ ਐਗਜ਼ਾਮਪਲ ਬੰਦਾ ਅੱਗੇ ਪਿੱਛੇ ਹੋਵੇ ਤੇ ਕੱਟਾ ਆਪੇ ਹੀ ਖੁੱਲ੍ਹ ਜਾਏ, ਤੇ ਉਹ ਜਿਸ ਵੇਲੇ ਕੱਟਾ ਖੁੱਲ੍ਹ ਜਾਏ ਤਾਂ ਕੀ ਕਰੇਗਾ? ਫੋਰ ਐਗਜ਼ਾਮਪਲ ਅਗਰ ਤੁਸੀਂ ਮੱਝ ਦੇ ਕੋਲੋਂ ਸ਼ਾਮੀ 5 ਵਜੇ ਦੁੱਧ ਲੈਂਦੇ ਹੋ ਤੇ ਮੱਝ ਦਾ ਜਿਹੜਾ ਕੱਟਾ ਉਹ 4 ਵਜੇ ਖੁੱਲ੍ਹ ਗਿਆ, ਤੇ ਉਹਨੇ ਜਾ ਕੇ ਜਿਹੜਾ 4 ਸਿਰ ਦੁੱਧ ਮੱਝ ਦੇ ਥੱਲੇ ਸੀ ਉਹਨੇ ਪੀ ਲਿਆ ਸਾਰਾ। ਤੇ ਜਿਸ ਵੇਲੇ ਆਇਆ ਜ਼ਿਮੀਂਦਾਰ, ਉਹਨੇ ਮੱਝ ਦੇ ਥੱਲੇ ਬੈਠਾ ਹੈ ਤੇ ਉੱਥੇ ਦੁੱਧ ਹੈ ਹੀ ਕੋਈ ਨਹੀਂ, ਕਿਉਂਕਿ ਕੱਟਾ ਪੀ ਗਿਆ, ਤੇ ਉਹਨੂੰ ਆਉਂਦੇ ਨੇ ਕੱਟਾ ਖੁੱਲ੍ਹ ਗਿਆ। ਇਸ ਲਈ ਕੱਟੇ ਨੂੰ ਸਹੀ ਤਰੀਕੇ ਨਾਲ ਬੰਨ੍ਹਦੇ ਨੇ ਤੇ ਕੱਟਾ ਜਿਹੜਾ ਉਹ ਖੁੱਲ੍ਹਣ ਨਹੀਂ ਦਿੰਦੇ। ਅੱਛਾ, ਕਈ ਕੱਟੇ ਜਿਹੜੇ ਹੁੰਦੇ ਨੇ ਨਿੱਕੇ ਹੁੰਦੇ ਨੇ ਨਾ, ਉਹ ਮਿੱਟੀ ਵੀ ਖਾਂਦੇ ਨੇ। ਇਹ ਜਿਵੇਂ ਇਨਸਾਨਾਂ ਦੇ ਬੱਚੇ ਮਿੱਟੀ ਖਾਂਦੇ ਨੇ ਜਾਂ ਹੋਰ ਭੈੜੀਆਂ ਸ਼ਾਵਾਂ ਖਾਂਦੇ ਨੇ, ਉਹਨਾਂ ਦੇ ਫਿਰ ਮੂੰਹ ਨੂੰ ਛਿੱਕੂ ਬੰਨ੍ਹ ਦਿੰਦੇ ਨੇ। ਜਾਂ ਕਈ ਕੱਟੇ ਜਿਹੜੇ ਨੇ ਉਹ ਖੁੱਲ੍ਹ ਜਾਂਦੇ ਨੇ ਮੱਝ ਵੱਲ ਨੂੰ, ਤੇ ਉਹਨਾਂ ਦੇ ਮੂੰਹ ਦੇ ਉੱਤੇ ਛਿੱਕੂ ਬੰਨ੍ਹ ਦਿੰਦੇ ਨੇ, ਉਹ ਇੱਕ ਮਾਸਕ ਟਾਈਪ ਦੀ ਚੀਜ਼, ਤਾਂ ਕਿ ਉਹ ਜਿਹੜਾ ਉਹ ਮੱਝ ਦਾ ਥਣ ਮੂੰਹ 'ਚ ਨਾ ਲੈ ਸਕਣ ਤੇ ਦੁੱਧ ਨਾ ਪੀ ਸਕਣ। ਤੇ ਇਹ ਜਿਹੜਾ ਤੁਸੀਂ ਇੱਕ ਮੁਹਾਵਰਾ ਸੁਣਦੇ ਹੋ ਕੱਟਾ ਖੁੱਲ੍ਹ ਗਿਆ, ਉਹਦੀ ਵਜ੍ਹਾ ਹੀ ਇਹ ਹੈ ਕਿ ਉਹ ਦੁੱਧ ਸਾਰਾ ਫਿਰ ਕੱਟਾ ਪੀ ਜਾਂਦਾ ਹੈ, ਤੇ ਉਹ ਜਿਹੜਾ ਜ਼ਿਮੀਂਦਾਰ ਹੈ ਉਹਨੂੰ ਦੁੱਧ ਨਹੀਂ ਲੱਭਦਾ, ਤੇ ਉਹਦੇ ਹਿਸਾਬ ਨਾਲ ਕੱਟਾ ਖੁੱਲ੍ਹ ਗਿਆ। ਇਸ ਲਈ ਜਿਹੜਾ ਵੀ ਕੋਈ ਭੈੜਾ ਕੰਮ ਹੋਵੇ ਤੇ ਉੱਥੇ ਆਉਂਦੇ ਨੇ ਵੀ ਇਹ ਕੱਟਾ ਖੁੱਲ੍ਹ ਗਿਆ। ਜਿਵੇਂ ਹੁਣ ਇਸ ਵੇਲੇ ਮਰਵਤ ਸਾਹਿਬ ਬਿਆਨ ਦੇਣ ਡਏ ਨੇ ਤਹਿਰੀਕ ਇਨਸਾਫ ਦੇ ਖਿਲਾਫ, ਤਾਂ ਇਹ ਹੀ ਸਮਝੋ ਵੀ ਕੱਟਾ ਹੀ ਖੁੱਲ੍ਹ ਗਿਆ। ਅੱਛਾ, ਹੁਣ ਇਹ ਜਿਹੜੀ ਬੀਬੀ ਹੈ, ਇਹਦੇ ਮੂੰਹ ਦੇ ਉੱਤੇ ਵੈਸੇ ਛਿੱਕੂ ਹੀ ਪਾਉਣ ਤੇ ਫੇਰ ਹੀ ਠੀਕ ਹੈ, ਕਿਉਂਕਿ ਜੋ ਕੁਝ ਇਹਨੇ ਕਰ ਛੱਡਿਆ ਉਹ ਤਾਂ ਮੇਰੀ ਸਮਝ ਤੋਂ ਬਾਹਰ ਹੈ। ਤੇ ਇਹ ਮਜ਼ਦੂਰ ਆਦਮੀ ਸੀ ਕੋਈ, ਉਹਦਾ ਮੋਟਰਸਾਈਕਲ ਵੀ ਤੋੜਨ ਰਹੀ ਹੈ ਵੀ ਚਲੋ ਜੇ ਵੱਜ ਗਿਆ ਮੋਟਰਸਾਈਕਲ, ਹੁਣ ਹੋ ਗਿਆ ਨੁਕਸਾਨ, ਮੈਂ ਨਹੀਂ ਆਂਦਾ ਵੀ ਉਹਦਾ ਕਸੂਰ ਨਹੀਂ ਹੋਏਗਾ, ਪਰ ਜ਼ੁਬਾਨ ਤੇ ਆਪਣੇ ਕਾਬੂ 'ਚ ਰੱਖੋ। ਇਹ ਸ਼ਰਾਫੀਆ ਜਿਹੜੀ ਉਹ ਪਤਾ ਨਹੀਂ ਕਿਸ ਪਾਸੇ ਨਿਕਲ ਗਈ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਇਹ ਕਸ਼ਮੀਰ ਦੇ ਤਸੱਲਤ ਦੇ ਵਿੱਚ, ਤੁਹਾਨੂੰ ਪਤਾ ਹੁਰੀਅਤ ਰਹਿਨੁਮਾ ਯਾਸੀਨ ਮਲਿਕ ਸਾਹਿਬ ਬਹੁਤ ਲੜ ਰਹੇ ਨੇ ਔਰ ਬੜੇ ਦਲੇਰ ਨੇ, ਔਰ ਸਾਡੀ ਸਤਾਇਸ਼ ਉਹਨਾਂ ਵਾਸਤੇ। ਉਹਨਾਂ ਦੀ ਬੇਗਮ ਸਾਹਿਬਾ ਜਿਹੜੇ ਨੇ ਮਸ਼ਾਲ ਮਲਿਕ, ਉਹ ਇੱਥੇ ਨਿਜ਼ਾਮਦੀਨ ਸਾਹਿਬ ਨੇ ਉਹਨਾਂ ਨੂੰ ਆਪਣੀ ਜਿਹੜੀ ਇਹ ਹਕੂਮਤ ਸਾਡੀ ਆਈ ਸੀ ਉਹਦੇ ਵਿੱਚ ਉਹਨਾਂ ਨੂੰ ਨਿਗਰਾਨ ਵਜ਼ੀਰ ਸ਼ਜ਼ੀਰ ਵੀ ਬਣਾਇਆ ਸੀ ਫੈਡਰਲ ਗਵਰਨਮੈਂਟ 'ਚ। ਮਸ਼ਾਲ ਮਲਿਕ ਸਾਹਿਬਾ ਕਹਿੰਦੀਆਂ ਕੀ ਨੇ, ਇਹ ਜ਼ਰਾ ਸੁਣ ਲਓ। अपने वाक्य सुना रहा है, तो वो जब जाते थे तो उनकी ऐश ट्रे जो सिगरेट पूरा लंबा पड़ा रहता था, तो मैं उनकी सिगरेट्स भी रख लेती थी पर्स के अंदर, और एशेस को पानी में, गर्म पानी में डाल के फिर मैं पीती थी। फिर अगला दिन पूरा दिन, अम्मी को तो नहीं ऑब्वियसली पता होता, तो आई इवन लव दोज एशेस, उनकी एक एक चीज। सुन लिया जी। तो मैं ਜਿਹੜਾ ਨਾ ਇਹਦੇ ਤੇ ਕੋਈ ਤਜਜ਼ੀਆ ਨਹੀਂ ਕਰਨਾ, ਇੱਥੇ ਵੀ ਮੇਰੇ ਪਰ ਸੜਦੇ ਨੇ ਤਜਜ਼ੀਆ ਕਰਨ ਤੇ, ਤੁਸੀਂ ਆਪੇ ਸਮਝੋ ਜੋ ਸਮਝਣਾ। ਤਜਜ਼ੀਆ ਤੇ ਮੈਂ ਕਰ ਸਕਦਾ ਸਾਂ ਪਰ ਮੈਂ ਕਰਨਾ ਕੋਈ ਨਹੀਂ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ
ਉਹ ਆਪਣੇ ਭਾ ਸਫਦਰ ਨੇ ਆਖਿਆ, ਉਹਨਾਂ ਆਖਿਆ ਜੀ ਮੇਰੀ ਬੁੱਢੀ ਤੇ ਜ਼ਾਤੀ ਹਮਲੇ ਨਾ ਕਰੋ। ਆਹੋ, ਉਹਨਾਂ ਆਖਿਆ ਮਰੀਮ ਨਵਾਜ਼ ਨੇ ਪੰਜਾਬ ਨੂੰ ਬਿਹਤਰੀਨ ਅੰਦਾਜ਼ ਨਾਲ ਸਜਾ ਦਿੱਤਾ ਹੈ, ਸਿਆਸਤ 'ਚ ਇਖਤਲਾਫ ਹੋਣਾ ਚਾਹੀਦਾ, ਕਰੋ, ਪਰ ਉਹਨਾਂ ਤੇ ਜ਼ਾਤੀ ਹਮਲੇ ਨਾ ਕਰੋ। ਇਹ ਕੈਪਟਨ ਸਫਦਰ ਸਾਹਿਬ ਨੇ ਇਹ ਤਸਵੀਰਾਂ ਆਉਣ ਵਾਲੇ ਮਾਮਲੇ ਤੋਂ ਬਾਅਦ ਕੀਤਾ ਹੈ। ਮਤਲਬ ਹੁਣ ਕੈਪਟਨ ਸਾਹਿਬ ਜਿਹੜੇ ਨੇ ਉਹ ਵੀ ਮੈਦਾਨ 'ਚ ਆ ਗਏ ਨੇ, ਉਹਨਾਂ ਕਿਹਾ ਵੀ ਬਸ ਕਰੋ ਬਈ, ਇਹ ਕੰਮ ਜਿਹੜਾ ਤੁਸੀਂ ਉਹ ਨਹੀਂ ਕਰਨਾ। ਅੱਛਾ ਜੀ, ਅੱਗੋਂ ਸਾਫੀ ਰਿਆਜ਼ੁਲ ਹਕ ਸਾਹਿਬ ਦੀ ਖਬਰ ਹੈ। ਉਹਨਾਂ ਖਬਰ ਇਹ ਦਿੱਤੀ ਹੈ ਕਿ ਮਰੀਮ ਨੇ ਆਪਣੀ ਤਕਰੀਰ ਦਾ ਆਗਾਜ਼ ਕੀਤਾ 3:55 ਤੇ ਤੁਹਾਨੂੰ ਪਤਾ 4 ਵਜੇ ਖਬਰਨਾਮਾ ਸ਼ੁਰੂ ਹੋ ਜਾਂਦਾ, ਤੇ ਚੈਨਲ ਜਿਹੜੇ ਨੇ ਉਹ ਜਿਸ ਵੇਲੇ ਹੈਡਲਾਈਨ ਹੁੰਦੀਆਂ ਨੇ ਕਮ ਅਜ਼ ਕਮ ਉਹ 3-4 ਮਿੰਟ ਜਿਹੜਾ ਉਹ ਖਿਤਾਬ ਕੱਟ ਦਿੰਦੇ ਨੇ, ਹੈਡਲਾਈਨਾਂ ਚਲਾ ਕੇ ਫਿਰ ਵਾਪਸ ਚਲੇ ਜਾਂਦੇ ਨੇ ਖਿਤਾਬ ਤੇ। ਰਿਆਜ਼ੁਲ ਹਕ ਸਾਹਿਬ ਕਹਿੰਦੇ ਨੇ ਵੀ ਵੇਖੋ ਬਈ ਵੇਖੋ ਕਿਆ ਅਪਰੋਚ ਹੈ ਬਾਜੀ ਮਰੀਮ ਦੀ, ਕਿਆ ਪਹੁੰਚ ਹੈ, ਔਰ ਕਿੰਨਾ ਕੁ ਰੁਪਈਆ ਖਰਚ ਕੀਤਾ ਹੋਏਗਾ ਕਿ ਸਾਰੇ ਹੀ ਚੈਨਲ ਖਰੀਦ ਲਏ ਨੇ ਕਿ 3:55 ਤੋਂ 4:20 ਤੱਕ ਜਿਹੜਾ ਖਿਤਾਬ 25 ਮਿੰਟ ਬਾਜੀ ਮਰੀਮ ਨੇ ਕੀਤਾ ਤੇ ਲਗਾਤਾਰ ਟੈਲੀਵਿਜ਼ਨਾਂ ਨੇ ਚਲਾਇਆ, ਹੈਡਲਾਈਨ ਵੀ ਛੱਡ ਦਿੱਤੀਆਂ ਨੇ। ਮਤਲਬ ਇਹ ਵੀ ਸਮਝੋ ਕੱਟਾ ਹੀ ਖੁੱਲ ਗਿਆ, ਸਮਝ ਰਹੇ ਹੋ ਨਾ ਇਹ ਵੀ ਗੱਲ। ਉਹਨਾਂ ਨੇ ਹੈਡਲਾਈਨ ਵੀ ਜਿਹੜੀਆਂ ਨੇ ਉਹ ਛੱਡ ਦਿੱਤੀਆਂ ਨੇ ਤੇ ਹੈਡਲਾਈਨ ਵੀ ਉਹਨਾਂ ਨੇ ਕਵਰ ਨਹੀਂ ਕੀਤੀਆਂ। ਉਹਨਾਂ ਆਖਿਆ ਬਾਜੀ ਮਰੀਮ ਹੀ ਬੋਲੇਗੀ, ਇਹ ਜਿਹੜਾ ਸਾਰਾ ਕੰਮ ਹੋਏਗਾ। ਅੱਛਾ ਜੀ, ਅੱਗੋਂ ਘਿਓ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਤੇ ਵਧ ਹੀ ਰਹੀਆਂ ਸਨ, ਲੇਕਿਨ ਹੁਣ ਚੀਨੀ ਵੀ ਲੋਕਾਂ ਦੀ ਖਰੀਦਦਾਰੀ ਤੋਂ ਬਾਹਰ ਨਿਕਲ ਗਈ ਹੈ। ਪਿਛਲੇ 2 ਮਹੀਨੇ 'ਚ ਜਾਂ 2.5 ਮਹੀਨੇ 'ਚ ਚੀਨੀ ਦੀ ਕੀਮਤ ਜਿਹੜੀ ਹੈ ਉਹ 22 ਰੁਪਈਏ ਵੱਧ ਗਈ ਹੈ। ਹਾਂਜੀ, ਇਹ ਇੱਕ ਪਾਸੇ ਤੇ ਸ਼ਹਬਾਜ਼ ਸ਼ਰੀਫ ਸਾਹਿਬ ਨੇ ਇਹਨੂੰ ਐਕਸਪੋਰਟ ਕਰਨ ਦੀ ਇਜਾਜ਼ਤ ਦਿੱਤੀ ਹੈ, ਦੂਜੇ ਪਾਸੇ ਕੀਮਤਾਂ ਵਧੀ ਜਾ ਰਹੀਆਂ ਨੇ। ਇਹ ਹੁਣ ਸਾਡੀ ਸਮਝ ਤੋਂ ਬਾਹਰ ਹੈ ਕਿ ਇਹ ਕਰਨਾ ਇਹਦੇ ਵਿੱਚੋਂ ਚਾਹੁੰਦੇ ਕੀ ਨੇ ਜਾਂ ਇਹਦੇ 'ਚੋਂ ਕੱਢਣਾ ਕੀ ਚਾਹੁੰਦੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਇਹ ਰੱਖਣੀ ਹੈ ਕਿ ਜਿੰਨਾ ਵੀ ਮਾਮਲਾਤ ਜ਼ਿੰਦਗੀ ਦੇ ਚੱਲਦੇ ਨੇ, ਤੁਸੀਂ ਵੇਖਦੇ ਹੋ ਬੜੇ ਬੜੇ ਬੰਦੇ, ਬੜੇ ਬੜੇ ਰਿਸ਼ਤੇ, ਬੜਾ ਕੁਝ, ਲੇਕਿਨ ਜਿਹੜਾ ਮਾਂ ਦਾ ਰਿਸ਼ਤਾ ਹੈ ਉਹਦੇ ਨਾਲ ਦਾ ਰਿਸ਼ਤਾ ਦੁਨੀਆ 'ਚ ਕੋਈ ਨਹੀਂ। ਉਹ ਬਲਕਿ ਰੱਬ ਨੇ ਜਿਸ ਵੀ ਤੁਸੀਂ ਇਨਸਾਨਾਂ 'ਚ ਵੇਖ ਲਓ, ਜਾਨਵਰਾਂ 'ਚ ਵੇਖ ਲਓ, ਜਿਹੜੀ ਮਾਂ ਹੈ ਉਹ ਇੱਕ ਤੁਹਾਡੇ ਵਾਸਤੇ ਸ਼ਫਕਤ ਦੀ ਜਾਂ ਇੱਕ ਪਿਆਰ ਦੀ ਜਾਂ ਇੱਕ ਅਨਕੰਡੀਸ਼ਨਲ ਜਿਹੜਾ ਮੁਹੱਬਤ ਹੈ, ਪਿਆਰ ਹੈ, ਉਹਦੀ ਅਲਾਮਤ ਹੈ। ਇਸੇ ਲਈ ਰੱਬ ਨੇ ਉਹਦੇ ਪੈਰਾਂ ਥੱਲੇ ਜੰਨਤ ਰੱਖੀ ਹੈ। ਤੇ ਔਲਾਦ ਵੀ ਜਿਹੜੀ ਹੈ ਉਹ ਮਾਂ ਨਾਲ ਪਿਆਰ ਕਰਦੀ ਹੈ, ਪਰ ਸਾਰੇ ਇੱਕੋ ਜਿਹਾ ਨਹੀਂ ਕਰਦੇ। ਕਿਤੇ ਕਿਤੇ ਤੁਹਾਨੂੰ ਉਹ ਪਿਆਰ ਵੇਖਣ ਨੂੰ ਆਉਂਦਾ, ਨਜ਼ਰ ਆਉਂਦਾ, ਜਿਹੜਾ ਬੇਮਿਸਾਲ ਹੁੰਦਾ। ਇਹ ਹੁਣ ਇੱਕ ਬੰਦਾ ਭੈੜਾ ਕੰਮ ਕਰਦਾ, ਚਲੋ ਉਹਦੇ ਕਲਚਰ ਦੇ ਹਿਸਾਬ ਨਾਲ, ਉਹਦੇ ਮਜ਼ਹਬ ਦੇ ਹਿਸਾਬ ਨਾਲ, ਉਹਦੀਆਂ ਸਾਰੀਆਂ ਗੱਲਾਂ ਦੇ ਹਿਸਾਬ ਨਾਲ। ਇੱਕ ਆਪਣੇ ਗੁਰੂ ਕੋ ਜਾਂਦਾ ਤੇ ਉੱਥੇ ਕੀ ਗੱਲਬਾਤ ਹੁੰਦੀ ਹੈ, ਤੇ ਉਹ ਮਾੜਾ ਚੰਗਾ ਹੈ, ਭੈੜੇ ਕੰਮ ਕਰਦਾ ਹੈ, ਚੰਗੇ ਕਰਦਾ ਹੈ, ਇਸ ਗੱਲ ਨੂੰ ਛੱਡੋ। ਪਰ ਇਹ ਵੇਖ ਲਓ ਵੀ ਉਹਨੇ ਆਪਣੀ ਮਾਂ ਦੀ ਝੂਠੀ ਸਹੁੰ ਨਹੀਂ ਖਾਧੀ, ਉਹਨੇ ਮਾਂ ਦੀ ਝੂਠੀ ਸਹੁੰ ਨਹੀਂ ਖਾਧੀ। ਇਹ ਜ਼ਰਾ ਵੇਖੋ ਤੇ ਇੱਥੋਂ ਇਬਰਤ ਵੀ ਹਾਸਲ ਕਰੋ ਵੀ ਬੰਦੇ ਕਿਸੇ ਨੂੰ ਜੱਜ ਨਾ ਕਰੋ। ਉਹ ਤੁਹਾਨੂੰ ਕੀ ਪਤਾ ਉਹ ਕਿੱਡਾ ਵੀ ਮਾੜਾ ਹੋਵੇ ਤੇ ਉਹਦੇ ਵਿੱਚ ਕੋਈ ਐਸਾ ਗੁਣ ਹੋਵੇ ਜਿਹੜਾ ਰੱਬ ਨੂੰ ਬੜਾ ਪਸੰਦ ਹੋਵੇ। ਹੋ ਸਕਦਾ ਇਹ ਹੀ ਉਹਦਾ ਗੁਣ ਜਿਹੜਾ ਉਹ ਰੱਬ ਨੂੰ ਬੜਾ ਪਸੰਦ ਆਵੇ। ਵੇਖੋ, हैं गलती है शराब पीना तो पक्का वादा करो कि नहीं पियोगे। ठीक है जी, आपसे वादा है, पक्का वादा। पक्का वादा। खाओ माँ कसम। नहीं, माँ कसम तो नहीं खाता जी। माँ कसम खा के कहो कि शराब नहीं पियेंगे। नहीं, माँ की कसम क्यों खानी जी। खाओ, यदि पक्का वादा कर रहे हो तो कसम खाने में क्या दिक्कत है। नहीं, कसम नहीं जी, वादा कर सकता हूँ मैं। हाँ, वादा कर लो नहीं पियोगे। नहीं तो पीऊंगा। माँ कसम क्यों नहीं खाओगे। नहीं, वैसे ही जी, माँ की कसम क्यों खानी। माँ कसम खा के कह दो, हमें संतोष हो जाएगा। चलो मैं आपकी कसम खा के कह देता हूँ। और ठीक है जी, माँ की नहीं खाओगे। आप भी तो बराबर ही हैं। हैं? आप भी तो सब कुछ ही हैं। जब हाँ हाँ इतनी बराबर हैं, पर माँ की कसम खाओ ना। आप भी बड़े हैं हमारे से, सब कुछ है, बराबर ही है। आप फिर भी माँ की कसम खाओ तब हमें विश्वास होगा। नहीं, माँ की कसम नहीं। हैं? देखो जी, कई बार झूठी भी पड़ सकती है, इसमें कोई शक मतलब नहीं हमारी है। कसम झूठी पड़ जाए उसकी परवाह नहीं है। इसलिए खानी नहीं है। माँ की परवाह है, इसलिए खानी नहीं है। मतलब माँ की परवाह है, हमारी परवाह नहीं। नहीं नहीं सर, आपकी भी परवाह है गुरुजी, तो ऐसा आप कुछ तो अभी नहीं कह है। रहे हैं कभी झूठी पड़ जाए, मतलब हमारी नहीं, कसम नहीं। हैं। कई बार हो जाता है ये गलती से। तो फिर हमारी काहे खा गए। मतलब हमें टपकाना चाहते हो। ਵੇਖ ਲਿਆ ਜੀ, ਇਹ ਹੁਣ ਜਿਹੜਾ ਬੰਦਾ ਹੈ ਇਹ ਬੜੇ ਆਰਾਮ ਨਾਲ ਮਾਂ ਦੀ ਵੀ ਸਹੁੰ ਖਾ ਸਕਦਾ ਸੀ, ਕਸਮ ਖਾ ਸਕਦਾ ਸੀ, ਉਹਨੇ ਨਹੀਂ ਖਾਧੀ। ਤੇ ਇੱਥੋਂ ਇਬਰਤ ਹੈ ਨਵਾਜ਼ ਸ਼ਰੀਫ ਟੱਬਰ, ਜ਼ਰਦਾਰੀ ਟੱਬਰ, ਜਨਾਬ ਨਿਜ਼ਾਮਦੀਨ ਸਾਹਿਬ, ਉਹਨਾਂ ਵਾਸਤੇ ਸਾਰਿਆਂ ਲਈ, ਕਿਉਂਕਿ ਧਰਤੀ ਵੀ ਮਾਂ ਹੀ ਹੁੰਦੀ ਹੈ। ਕਿ ਤੁਸੀਂ ਵੀ ਜਿਸ ਤਰ੍ਹਾਂ ਇਹ ਭਾਵੇਂ ਭੈੜੇ ਜੇ, ਤੁਸੀਂ ਭਾਵੇਂ ਚੰਗੇ ਜੇ, ਜਿਵੇਂ ਇਹ ਆਪਣੀ ਮਾਂ ਦਾ ਅਦਬ ਕਰਦਾ, ਜੇ ਤੁਸੀਂ ਵੀ ਧਰਤੀ ਮਾਂ ਦਾ ਕਰੋ ਤੇ ਮਸਲੇ ਸਾਰੇ ਜਿਹੜੇ ਨੇ ਹੱਲ ਹੋ ਜਾਣ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰਾਖਾ।